ਜਦੋਂ ਆਪਾਂ ਆਪਣੀ ਧੀਆਂ ਨੂੰ ਬਾਹਰ ਭੇਜ ਸਕਦੇ ਆ ਤਾਂ ਆਪਾਂ ਤੇ ਆਪਣੇ ਦੇਸ਼ ਵਿੱਚ ਬੈਠੇ ਆ। ਜੇ ਆਪਾਂ ਆਪਣੇ ਵਾਂਗ ਨੂੰ ਪੁੱਤਾਂ ਵਾਂਗੂ ਸਮਝੀਏ, ਆਪਾਂ ਜੇ ਉਹ ਪੁੱਤਾਂ ਵਾਂਗੂ ਹੀ ਸਮਝ ਕੇ ਉਹਨਾਂ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਉਹਨਾਂ ਦਾ ਸਾਥ ਦੇਈਏ ਤਾਂ ਮੈਨੂੰ ਲੱਗਦਾ ਕਿ ਹਰ ਪੰਜਾਬ ਦੀ ਧੀ ਆ, ਹਰ ਮਤਲਬ ਆਪਣੇ ਹਿੰਦੁਸਤਾਨ ਦੀ ਧੀ ਇਸ ਸੰਘਰਸ਼ ਵਿੱਚ ਨਾਲ ਹੋਊਗੀ। ਅਸੀਂ ਆਪਣੇ ਵੱਲੋਂ ਜਿੱਤ ਮੰਨ ਕੇ ਬੈਠੇ ਆ ਕਿ ਅਸੀਂ ਜਿੱਤੇ ਹੋਏ ਆ। ਜਿੰਨਾ ਇਹ ਸੰਘਰਸ਼ ਲੰਬਾ ਚੱਲਦਾ ਜਾਣਾ ਹੈ ਉਨੀ ਸਾਡੀ ਜਿੱਤ ਨਿਸ਼ਚਿਤ ਹੈਗੀ ਆ ਤੇ ਅਸੀਂ ਹਾਰ ਕੇ ਪਿੱਛੇ ਮੁੜਨ ਵਾਲੇ ਹੈ ਨਹੀਂ। ਅਸੀਂ ਸ਼ਹੀਦੀਆਂ ਦੇਣ ਲਈ ਵੀ ਤਿਆਰ ਹਾਂ। ਇਹੀ ਸੋਚ ਕੇ ਆਏ ਸੀਗੇ ਕਿ ਟਾਈਮ ਜੇ ਆਇਆ ਤਾਂ ਅਸੀਂ ਆਪਣੇ ਬਜ਼ੁਰਗਾਂ ਤੋਂ ਅੱਗੇ ਹੋ ਕੇ ਸ਼ਹੀਦੀਆਂ ਦੇਈਏ। ਆਪਾਂ ਕਹਿੰਦੇ ਆਪਾਂ ਸ਼ਹੀਦ ਭਗਤ ਸਿੰਘ ਦੀ ਸੋਚ 'ਤੇ ਜੇ ਚੱਲਦੇ ਹਾਂ ਤਾਂ ਸ਼ਾਇਦ ਕਿਤੇ ਨਾ ਕਿਤੇ ਮੂੰਹ ਤਿਆਗਣਾ ਪੈਂਦਾ। ਸਰਕਾਰ ਡਿੱਗ ਚੁੱਕੀ ਆ ਔਰ ਇਹ ਦੁਬਾਰਾ ਕਦੇ ਖੜੀ ਵੀ ਨਹੀਂ ਹੋ ਸਕਦੀ। ਸ਼ਾਇਦ ਇਹ ਅੰਦੋਲਨ ਜਦੋਂ ਚੱਲਿਆ ਸੀਗਾ ਉਸੇ ਟਾਈਮ ਸਰਕਾਰ ਝੁਕ ਜਾਂਦੀ ਆ ਕਿਤੇ ਨਾ ਕਿਤੇ ਕਿਸਾਨੀ ਮੰਗਾਂ ਨੂੰ ਮੰਨ ਲੈਂਦੀ ਤਾਂ ਇੱਥੇ ਤੱਕ ਵੱਧ ਕੇ ਨਹੀਂ ਆਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਤੇ ਮੈਂ ਹਰਜੀਤ ਕੌਰ। ਸਾਡੇ ਨਾਲ ਇੱਕ ਐਸੀ ਭੈਣ ਮੌਜੂਦ ਆ ਜਿਹੜੇ ਕਿ ਇਕੱਲੇ ਹੀ ਘਰ ਵਿੱਚੋਂ ਆਏ ਨੇ ਤਾਂ ਕਿਸਾਨੀ ਅੰਦੋਲਨ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਡਟੇ ਹੋਏ ਨੇ। ਜਲ ਦੀ ਸੇਵਾ ਕਰਦੇ ਨੇ। ਪਾਣੀ ਜਿਹੜਾ ਆਪਾਂ ਕਹਿ ਸਕਦੇ ਕਿ ਜਿਹੜਾ ਪੰਡਾਲ ਦੇ ਵਿੱਚ ਭੈਣਾਂ ਬੀਬੀਆਂ ਬਜ਼ੁਰਗ ਬੈਠੇ ਹੁੰਦੇ ਨੇ ਉਹਨਾਂ ਨੂੰ ਪਾਣੀ ਪਿਲਾਉਂਦੇ ਨੇ, ਸੇਵਾ ਕਰਦੇ ਨੇ। ਗੱਲਬਾਤ ਕਰਾਂਗੇ। ਖਾਸੀਅਤ ਇਹ ਹੈ ਕਿ ਇੱਕ ਪਰਿਵਾਰ ਦੇ ਵਿੱਚੋਂ ਇਕੱਲੇ ਆਉਣਾ ਤੇ ਕਿੰਨਾ ਸਮਾਂ ਇਸ ਕਿਸਾਨੀ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਲਾ ਦੇਣਾ ਤਾਂ ਬੜੀ ਵੱਡੀ ਗੱਲ ਹੈ। ਤਾਂ ਸੋਚਿਆ ਕਿ ਇਹਨਾਂ ਨਾਲ ਵੀ ਗੱਲਬਾਤ ਕੀਤੀ ਜਾਵੇ। ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਪੰਜਾਬ ਨਿਊਜ਼ 'ਤੇ ਸਵਾਗਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ ਤੁਹਾਡਾ? ਹਾਂਜੀ, ਸੁਖਮਨੀ। ਮੈਨੇ ਕਿੱਦਾਂ ਸੋਚਿਆ ਕਿ ਕਿਸਾਨੀ ਅੰਦੋਲਨ ਦੇ ਵਿੱਚ ਮੈਨੂੰ ਵੀ ਜਾ ਕੇ ਜਿਹੜਾ ਯੋਗਦਾਨ ਆ ਪਾਉਣਾ ਚਾਹੀਦਾ ਕਿਉਂਕਿ ਘੱਟ ਹੀ ਆ ਜਿਹੜੇ ਕਿ ਆਪਣੇ ਪਰਿਵਾਰ ਤੋਂ ਬਿਨਾਂ ਇਸ ਕਿਸਾਨੀ ਅੰਦੋਲਨ ਦੇ ਵਿੱਚ? ਹਾਂਜੀ, ਜਦੋਂ ਆਪਣਾ ਅੰਦੋਲਨ ਸ਼ੁਰੂ ਹੋਇਆ ਤੇ ਆਪਾਂ ਟੀਵੀ ਨਿਊਜ਼ ਚੈਨਲਸ ਵਿੱਚ ਦੇਖਦੇ ਸੀਗੇ ਤਾਂ ਮਤਲਬ ਇੱਕ ਅੰਦਰੋਂ ਆਵਾਜ਼ ਆਉਂਦੀ ਸੀ ਕਿ ਆਪਾਂ ਉੱਥੇ ਜਾ ਕੇ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਸਹਿਯੋਗ ਪਾਈਏ। ਤਾਂ ਇਹ ਸੋਚ ਕੇ ਹੀ ਘਰਦਿਆਂ ਨਾਲ ਮਤਲਬ ਗੱਲ ਕੀਤੀ, ਪਾਪਾ ਉਹਨਾਂ ਨਾਲ। ਸਟਾਰਟਿੰਗ ਦੇ ਮਤਲਬ ਆਪਣਾ 26 ਨਵੰਬਰ ਨੂੰ ਆਪਾਂ ਇੱਥੇ ਆਏ ਸੀਗੇ। ਉਦੋਂ ਸ਼ਾਇਦ ਕਿਤੇ ਨਾ ਕਿਤੇ ਮਤਲਬ ਇੱਕ ਨਾਂ ਦਾ ਜਵਾਬ ਮਿਲਿਆ ਸੀ ਘਰੋਂ ਕਿਉਂਕਿ ਇੱਕ ਹਰ ਮਾਂ-ਬਾਪ ਆਪਣੇ ਬੱਚਿਆਂ ਨੂੰ ਲੈ ਕੇ ਫਿਕਰਮੰਦ ਹੁੰਦਾ। ਅਤੇ ਥੋੜ੍ਹੇ ਕੁ ਦਿਨਾਂ ਬਾਅਦ ਦੁਬਾਰਾ ਕਿਉਂਕਿ ਉਹ ਦਿਨਾਂ 'ਚ ਮੈਂ ਆਪਣੇ ਆਪ ਨੂੰ ਮਤਲਬ ਇੱਕ ਕੰਟਰੋਲ ਨਹੀਂ ਹੁੰਦਾ ਸੀ। ਸੋਚਦੇ ਸੀ ਕਿ ਹੁਣੇ ਹਾਂ ਹੋਵੇ ਤਾਂ ਹੁਣੇ ਹੀ ਮੈਂ ਚਲੇ ਜਾਵਾਂ ਦਿੱਲੀ। ਅਤੇ ਥੋੜ੍ਹੇ ਕੁ ਦਿਨ ਪਏ ਅਤੇ ਦੁਬਾਰਾ ਪੁੱਛਿਆ ਅਤੇ ਉੱਧਰੋਂ ਹਾਂ ਮਿਲੀ। ਪਾਪਾ ਨੇ ਹਾਂ ਕਿਹਾ। ਇੱਕਦਮ ਪਤਾ ਨਹੀਂ ਉਹ ਵਾਹਿਗੁਰੂ ਨੇ ਕੀ ਮਤਲਬ ਪਾਪਾ ਉਹਨਾਂ ਦੇ ਮਾਇੰਡ 'ਚ ਪਾਇਆ। ਨਹੀਂ, ਮੈਂ ਇਕੱਲੇ ਆਈ ਹਾਂ ਘਰੋਂ, ਇਕੱਲੇ ਆਏ ਹੋਏ ਹਾਂ। ਹਾਂਜੀ, ਅਤੇ ਜਦੋਂ ਪਾਪਾ ਨੇ ਹਾਂ ਕੀਤੀ ਤਾਂ ਉਸ ਦਿਨ ਮੈਂ ਦਿੱਲੀ ਲਈ ਇੱਥੋਂ ਮਤਲਬ ਬਾਏ ਬੱਸ ਹੀ ਆਈ ਸੀਗੀ। ਮੈਂ ਚੰਡੀਗੜ੍ਹ ਤੋਂ ਬਾਏ ਬੱਸ, ਮੋਰਿੰਡਾ ਤੋਂ ਚੰਡੀਗੜ੍ਹ, ਚੰਡੀਗੜ੍ਹ ਤੋਂ ਸਿੱਧਾ ਦਿੱਲੀ। ਕੀ ਲੱਗਦਾ ਕਿ ਕਿਉਂਕਿ ਤੁਸੀਂ ਲੰਮਾ ਸਮਾਂ ਹੁਣ ਇੱਥੇ ਰਹਿ ਰਹੇ ਹੋ, ਸੇਵਾ ਵੀ ਕਰ ਰਹੇ ਹੋ ਤਾਂ ਕਈ ਸੋਚਦੇ ਨੇ ਕਿ ਭੈਣਾਂ ਇੱਥੇ ਸੇਫ ਨਹੀਂ ਹੈਗੀਆਂ। ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਅਜੇ ਵੀ ਪਰਿਵਾਰ ਦੇ ਭੈਣਾਂ ਹੈਗੀਆਂ, ਲੋਕ ਨੇ, ਉਹ ਨਹੀਂ ਆ ਰਹੇ ਇਸ ਕਿਸਾਨ? ਜੋ ਤੁਸੀਂ ਕੁਐਸਚਨ ਪੁੱਟ ਕੀਤਾ ਕਿ ਭੈਣਾਂ ਸੇਫ ਨਹੀਂ, ਆਪਣੀਆਂ ਧੀਆਂ ਸੇਫ ਨਹੀਂ ਹੈਗੀਆਂ, ਮੈਂ ਸੋਚਦਾ ਕਿ ਜਦੋਂ ਆਪਾਂ ਆਪਣੀ ਧੀਆਂ ਨੂੰ ਬਾਹਰ ਭੇਜ ਸਕਦੇ ਆ, ਜੋ ਮਤਲਬ ਫੋਰਨ 'ਚ ਜਿੱਥੇ ਮਤਲਬ ਆਪਾਂ ਆਈਲੈਟਸ ਕਰਾਉਂਦੇ ਆਪਣੇ ਬੱਚਿਆਂ ਨੂੰ, ਕੁੜੀਆਂ ਬਾਹਰ ਕਮਾਉਣ ਜਾਂਦੀਆਂ ਨੇ, ਬਾਹਰ ਮਤਲਬ ਕੰਮ ਕਰਨ ਜਾਂਦੀਆਂ ਨੇ। ਜਦੋਂ ਆਪਾਂ ਪੜ੍ਹਾਈ ਲਈ ਆਪਾਂ ਆਪਣੇ ਬੱਚਿਆਂ ਨੂੰ ਬਾਹਰ ਭੇਜ ਸਕਦੇ ਹਾਂ ਤਾਂ ਆਪਾਂ ਤਾਂ ਆਪਣੇ ਦੇਸ਼ ਵਿੱਚ ਬੈਠੇ ਹਾਂ। ਤਾਂ ਇੱਥੇ ਜੇ ਆਪਾਂ ਸੇਵਾ ਲਈ ਆਉਣਾ ਮਤਲਬ ਆਪਾਂ ਆਪਣੀ ਕੁੜੀਆਂ ਨੂੰ ਜਾਂ ਆਪਣੀ ਭੈਣਾਂ ਨੂੰ ਆਪਾਂ ਇੱਥੇ ਭੇਜਣ 'ਚ ਮੈਨੂੰ ਨਹੀਂ ਲੱਗਦਾ ਕੋਈ ਐਵੇਂ ਦਾ ਡਰ ਆ ਜਾਂ ਐਵੇਂ ਦਾ ਕੁਛ ਆ। ਸੋ ਬਾਕੀ ਆਪਣਾ ਆਪ ਇਨਸਾਨ ਦਾ ਸਹੀ ਚਾਹੀਦਾ। ਕਹਿੰਦੇ ਆਪਣੇ ਦੇਸ਼ ਦਾ ਪ੍ਰਾਈਮ ਮਿਨਿਸਟਰ ਦੀ ਵੀ ਇੰਨੀ ਹਿੰਮਤ ਨਹੀਂ ਹੁੰਦੀ ਕਿ ਆਪਾਂ ਨੂੰ ਕੋਈ ਓਏ ਵੀ ਕਹਿ ਜੇ ਆਪਣੇ ਆਪ 'ਚ ਗਟਸ ਹੈਗੇ ਆਪਣੇ 'ਚ। ਮੈਨੂੰ ਇੱਥੇ ਮੈਂ 16 ਦਸੰਬਰ ਨੂੰ ਆਈ ਸੀਗੀ ਤਾਂ ਮੈਨੂੰ ਹੁਣ ਤੱਕ ਕੋਈ ਪ੍ਰੋਬਲਮ ਐਵੇਂ ਦੀ ਨਹੀਂ ਆਈ ਹੈਗੀ ਕਿ ਮੈਨੂੰ ਕਿਸੇ ਨੇ ਕੁਛ ਮਾੜੀ ਚੰਗੀ ਕੋਈ ਗੱਲ ਜਾਂ ਕੋਈ ਐਵੇਂ ਦੀ ਕੋਈ ਹਰਕਤ ਐਵੇਂ ਦਾ ਕੁਛ ਵੀ ਨਹੀਂ। ਵੈਸੇ ਸੁਖਮਨੀ ਜੀ, ਤੁਸੀਂ ਮੰਨਦੇ ਹੋ ਕਿ ਕਹਿੰਦੇ ਨੇ ਕਿ ਬਜ਼ੁਰਗਾਂ ਤੇ ਪੁੱਤ ਪੋਤੇ ਹੋ ਗਏ, ਉਹ ਆਪਣੀਆਂ ਜਿਸ ਤਰ੍ਹਾਂ ਬਜ਼ੁਰਗ ਆਪਣੀਆਂ ਨਸਲਾਂ ਲਈ ਲੜਦੇ ਨੇ ਤਾਂ ਨੌਜਵਾਨ ਵੀ ਕਹਿੰਦੇ ਨੇ ਕਿ ਸਾਡੇ ਬਜ਼ੁਰਗ ਬੈਠੇ ਨੇ, ਅਸੀਂ ਉਹਨਾਂ ਦਾ ਖਿਆਲ ਰੱਖਣਾ, ਉਹਨਾਂ ਦੇ ਅੱਗੇ ਹੋ ਕੇ ਲੜਨਾ ਹੈ ਨਾ। ਤਾਂ ਫਿਰ ਧੀਆਂ ਦਾ ਵੀ ਇੱਦਾਂ ਦਾ ਫਰਜ਼ ਬਣਦਾ ਹੈ ਕਿ ਉਹ ਵੀ ਆਪਣੇ ਦਾਦੇ ਪੜਦਾਦੇ ਦੀ ਵਾਸਤੇ ਜਾਂ ਪਿਓ ਵਾਸਤੇ ਖੜ ਸਕਣ। ਧੀਆਂ ਜੇ ਆਪਾਂ ਆਪਣੇ ਆਪ ਨੂੰ ਧੀਆਂ ਮੰਨੀਏ ਨਾ ਤਾਂ ਸ਼ਾਇਦ ਆਪਾਂ ਇੱਕ ਸਟੈਪ ਵੀ ਅੱਗੇ ਨਾ ਲੈ ਸਕੀਏ। ਜੇ ਆਪਾਂ ਆਪਣੇ ਵਾਂਗ ਨੂੰ ਪੁੱਤਾਂ ਵਾਂਗੂ ਸਮਝੀਏ, ਆਪਣੇ ਮਾਪਿਆਂ ਨੇ ਆਪਾਂ ਨੂੰ ਪੁੱਤਾਂ ਵਾਂਗੂ ਪਾਲਿਆ ਹੁੰਦਾ, ਲਾਡਾਂ ਨਾਲ ਪਾਲਿਆ, ਅਤੇ ਆਪਾਂ ਜੇ ਉਹ ਪੁੱਤਾਂ ਵਾਂਗੂ ਹੀ ਸਮਝ ਕੇ ਉਹਨਾਂ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਉਹਨਾਂ ਦਾ ਸਾਥ ਦੇਈਏ ਤਾਂ ਮੈਨੂੰ ਲੱਗਦਾ ਕਿ ਹਰ ਪੰਜਾਬ ਦੀ ਧੀ ਆ, ਹਰ ਮਤਲਬ ਆਪਣੇ ਹਿੰਦੁਸਤਾਨ ਦੀ ਧੀ ਇਸ ਸੰਘਰਸ਼ ਵਿੱਚ ਨਾਲ ਹੋਊਗੀ ਅਤੇ ਉਹਨਾਂ ਨੂੰ ਹੋਣਾ ਵੀ ਚਾਹੀਦਾ ਹੈਗਾ। ਅਤੇ ਮੈਂ ਹੈਗੀ ਹਾਂ ਕਿ ਮੈਂ ਇੰਟਰਵਿਊਜ਼ ਦੇਣ ਲੱਗੇ ਨਾ ਥੋੜ੍ਹਾ ਹੈਜ਼ੀਟੇਟ ਹੁੰਦੀ ਸੀਗੀ
ਫਿਰ ਮੈਨੂੰ ਕਿਸੇ ਮਤਲਬ ਬਜ਼ੁਰਗ ਨੇ ਕਿਹਾ ਕਿ ਸੁਖਮਨੀ ਕਿ ਜੇ ਇੱਕ ਦੋ ਇੰਟਰਵਿਊ ਦੇਣ ਨਾਲ ਕਿ ਉਹ ਕੁੜੀਆਂ ਨੂੰ ਜਾਂ ਉਹ ਭੈਣਾਂ ਨੂੰ ਧੀਆਂ ਨੂੰ ਇੱਕ ਮਤਲਬ ਕੁਝ ਸਿੱਖਣ ਨੂੰ ਮਿਲੇ ਕਿ ਕੁੜੀ ਇਕੱਲੀ ਉੱਥੇ ਹੈਗੀ ਆ ਤਾਂ ਉਹ ਆ ਸਕਣ ਇੱਥੇ, ਤਾਂ ਮੈਨੂੰ ਕੋਈ ਓਬਜੈਕਸ਼ਨ ਨਹੀਂ ਹੈਗਾ ਕਿ ਮੈਂ ਮਤਲਬ ਉਹਨਾਂ ਨੂੰ ਇੱਕ ਰਿਕੁਐਸਟ ਕਰ ਸਕਾਂ ਕਿ ਤੁਸੀਂ ਇੱਥੇ ਆਓ ਅਤੇ ਇੱਥੇ ਆ ਕੇ ਬਜ਼ੁਰਗਾਂ ਦੇ ਨਾਲ ਹੋ ਕੇ, ਕਿਉਂਕਿ ਅੱਜ ਉਹਨਾਂ ਨੂੰ ਆਪਣੀ ਜ਼ਿਆਦਾ ਲੋੜ ਹੈਗੀ ਆ। ਹਾਂਜੀ, ਅੱਜ ਲੜਾਈ ਜੇ ਆਪਾਂ ਪਿਛਲੇ ਸਮੇਂ ਦੀਆਂ ਗੱਲ ਕਰਦੇ ਹਾਂ ਤਾਂ ਮਾਈ ਭਾਗੋ ਵੀ ਸੀ ਜਿਨ੍ਹਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਫਤਿਹ ਹਾਸਲ ਵੀ ਕਰਵਾਈ ਤੇ ਆਪ ਵੀ ਜੂਝਦੇ ਹੋਏ ਸ਼ਹੀਦ ਹੋ ਗਏ। ਤਾਂ ਇੱਥੇ ਬੈਠੀਆਂ ਜਿਹੜੀਆਂ ਵੀ ਮਾਈ ਭਾਗੋ ਦੀਆਂ ਵਾਰਸਾਂ ਨੇ, ਕਿਉਂਕਿ ਕਿਸਾਨੀ ਅੰਦੋਲਨ ਕਿਸੇ ਇੱਕ 'ਤੇ ਨਿਰਭਰ ਨਹੀਂ ਕਰਦਾ ਹੈ ਨਾ, ਇਹਦੇ ਵਿੱਚ ਸਾਰੇ ਹੀ ਲੋਕ ਜਿਹੜੇ ਆਪ ਮੁਹਾਰੇ ਚੱਲ ਕੇ ਆਉਣ ਤਾਂ ਸ਼ਾਇਦ ਸਰਕਾਰ 'ਤੇ ਕੋਈ ਅਸਰ ਪੈ ਸਕਦਾ। ਕਹਿੰਦੇ ਆ ਨਾ ਕਿ ਆਪਣੀਆਂ ਜ਼ਮੀਰਾਂ, ਜਿਨ੍ਹਾਂ ਦੀ ਜ਼ਮੀਰਾਂ ਜਾਗਦੀਆਂ ਨੇ ਜਾਂ ਜਿਨ੍ਹਾਂ ਦੇ ਅੰਦਰੋਂ ਇੱਕ ਰੂਹ ਤੋਂ ਆਵਾਜ਼ਾਂ ਆਉਂਦੀਆਂ ਨੇ, ਤਾਂ ਉਹ ਹੀ ਇਸ ਸੰਘਰਸ਼ ਵਿੱਚ ਮਤਲਬ ਹਿੱਸਾ ਲੈਣ ਲਈ ਆਏ ਹੋਏ ਆ। ਕਿਉਂਕਿ ਸ਼ਾਇਦ ਮਰੀਆਂ ਜ਼ਮੀਰਾਂ ਵਾਲੇ ਹਜੇ ਵੀ ਘਰ ਬੈਠੇ ਆ, ਪਰ ਜ਼ਮੀਰਾਂ ਕਿਤੇ ਨਾ ਕਿਤੇ ਉਹਨਾਂ ਦੀਆਂ ਵੀ ਜਾਗਣਗੀਆਂ। ਤਾਂ ਉਹਨਾਂ ਨੂੰ ਇੱਕ ਆਇਓ ਰਿਕੁਐਸਟ ਹੈਗੀ ਆ ਕਿ ਆਪਣੀ ਜ਼ਮੀਰਾਂ ਦੀ ਆਵਾਜ਼ ਸੁਣੋ, ਆਪਣੀ ਰੂਹਾਂ ਦੀ ਆਵਾਜ਼ ਸੁਣੋ ਅਤੇ ਆਪਣੇ ਕਿਸਾਨਾਂ ਦੇ ਦੁੱਖ ਨੂੰ, ਉਹਨਾਂ ਦੀ ਤਕਲੀਫ ਨੂੰ ਮਹਿਸੂਸ ਕਰੂੰਗੇ ਤਾਂ ਆਪਾਂ ਮਤਲਬ ਸ਼ਾਇਦ ਅੱਜ ਉਹ ਮਹਿਸੂਸ ਕਰਨ ਤੇ ਕੱਲ੍ਹ ਉਹ ਦਿੱਲੀ ਵਿੱਚ ਹੋਣਗੇ ਇੱਥੇ ਸੰਘਰਸ਼ ਵਿੱਚ। ਲੰਮਾ ਸਮਾਂ ਹੋ ਗਿਆ ਸੰਘਰਸ਼ ਦੇ ਵਿੱਚ ਡਟੇ ਹੋਏ, ਉਤਰਾਅ ਚੜ੍ਹਾਅ ਵੀ ਆਏ ਹੋਣਗੇ, ਕਿਤੇ ਲੱਗਦਾ ਕਿ ਕਿਤੇ ਨਾ ਕਿਤੇ ਮੋਰਚਾ ਜਿਹੜਾ ਠੰਡੇ ਮੱਤੇ ਜਾ ਰਿਹਾ? ਨਹੀਂ, ਐਵੇਂ ਤਾਂ ਕੁਝ ਵੀ ਨਹੀਂ ਹੈਗਾ। ਅਸੀਂ ਪਹਿਲਾਂ ਵੀ ਚੜ੍ਹਦੀ ਕਲਾ 'ਚ ਸੀਗੇ ਅਤੇ ਅੱਜ ਵੀ ਚੜ੍ਹਦੀ ਕਲਾ 'ਚ, ਅਤੇ ਚੜ੍ਹਦੀ ਕਲਾ 'ਚ ਰਹਿ ਕੇ ਹੀ ਅਸੀਂ ਇਹ ਮੋਰਚੇ ਨੂੰ ਜਿੱਤ ਕੇ ਆਪਣੇ ਆਪਣੇ ਘਰਾਂ ਨੂੰ ਵਾਪਸ ਜਾਣਾ ਹੈਗਾ। ਮੈਨੂੰ ਲੱਗਦਾ ਕਿ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਕਿਸਾਨ ਬੈਠੇ, ਦੂਜੇ ਪਾਸੇ ਸਰਕਾਰ ਹੈ, ਡੈਡਲੌਕ ਬਣਿਆ ਹੋਇਆ, ਗੱਲਬਾਤ ਲਈ ਕੋਈ ਸੱਦਾ ਨਹੀਂ ਆ ਰਿਹਾ, ਤਾਂ ਕੋਈ ਹੱਲ ਹੋਊਗਾ ਇਸ ਮੋਰਚੇ ਦਾ? ਅਸੀਂ ਆਪਣੇ ਵੱਲੋਂ ਜਿੱਤ ਮੰਨ ਕੇ ਬੈਠੇ ਹਾਂ ਕਿ ਅਸੀਂ ਜਿੱਤੇ ਹੋਏ ਹਾਂ। ਜਿੰਨਾ ਇਹ ਸੰਘਰਸ਼ ਲੰਬਾ ਚੱਲਦਾ ਜਾਣਾ ਹੈ ਉਨੀ ਸਾਡੀ ਜਿੱਤ ਨਿਸ਼ਚਿਤ ਹੈਗੀ ਆ, ਅਤੇ ਅਸੀਂ ਹਾਰ ਕੇ ਪਿੱਛੇ ਮੁੜਨ ਵਾਲੇ ਹੈ ਨਹੀਂ। ਅਸੀਂ ਆਪਣੀ ਬਜ਼ੁਰਗਾਂ ਦੀਆਂ ਆਪਣੇ ਯੂਥ ਦੀ ਇੰਨੀ ਕੁਰਬਾਨੀਆਂ ਹੋ ਚੁੱਕੀਆਂ ਨੇ, ਤਾਂ ਉਹ ਅਸੀਂ ਜ਼ਾਇਆ ਨਹੀਂ ਹੋਣ ਦੇਵਾਂਗੇ। ਮਤਲਬ ਅਸੀਂ ਜਿੱਤ ਕੇ ਹੀ ਜਾਊਂਗੇ ਇੱਥੋਂ। ਬਿਲਕੁਲ। ਤਾਂ ਪਰ ਸਰਕਾਰ ਤਾਂ ਕਹਿੰਦੀ ਹੈ ਤੁਸੀਂ ਕਿਸਾਨੀ ਅੰਦੋਲਨ ਖਤਮ ਕਰਕੇ ਸਾਡੇ ਨਾਲ ਗੱਲਬਾਤ ਕਰੋ, ਕਿਉਂਕਿ ਕਿਸਾਨੀ ਅੰਦੋਲਨ ਨਾਲ ਕਰੋਨਾ ਫੈਲ ਰਿਹਾ। ਤੁਹਾਡਾ ਕੀ ਕਹਿਣਾ ਹੈ? ਕਰੋਨਾ ਤੁਹਾਡੇ ਸਾਹਮਣੇ ਆ, ਅਸੀਂ ਪੰਡਾਲ 'ਚ ਬੈਠੇ ਹਾਂ, ਤਾਂ ਮੈਨੂੰ ਨਹੀਂ ਲੱਗਦਾ ਇੱਥੇ ਮਤਲਬ ਸਿੰਘੂ ਬਾਰਡਰ 'ਤੇ ਜਾਂ ਕਿਸੇ ਵੀ ਬਾਰਡਰ 'ਤੇ ਐਵੇਂ ਦੀ ਕੋਈ ਮਤਲਬ ਕਰੋਨਾ ਦਾ ਕੋਈ ਪੇਸ਼ੈਂਟ ਜਾਂ ਐਵੇਂ ਦੀ ਕੋਈ ਮਤਲਬ ਹਰਕਤ ਜਾਂ ਐਵੇਂ ਦਾ ਕੋਈ ਨਹੀਂ ਲੱਗਦਾ ਮੈਨੂੰ। ਇਸ ਸਰਕਾਰ ਦੇ ਸਾਰੇ ਮਤਲਬ ਇੱਕ ਪ੍ਰੋਪੋਗੰਡਾਜ਼ ਹੈਗੇ ਆ, ਮਤਲਬ ਕਿ ਕਿਸੇ ਨਾ ਕਿਸੇ ਤਰ੍ਹਾਂ ਨਾਲ ਇਹ ਅੰਦੋਲਨ ਖਤਮ ਹੋਵੇ। ਅਤੇ ਮਤਲਬ ਕਿ ਲੱਗਦਾ ਹੈ ਤੁਹਾਨੂੰ ਕਿ ਕਰੋਨਾ ਦੀ ਆੜ ਦੇ ਵਿੱਚ ਕਿਸਾਨੀ ਅੰਦੋਲਨ? ਹਾਂਜੀ ਹਾਂਜੀ ਹਾਂਜੀ, ਉਹ ਕਰੋਨਾ ਦੀ ਆੜ 'ਚ ਹੀ ਇਹ ਸਭ ਕਰਨਾ ਚਾਹੁੰਦੇ ਆ, ਬਟ ਉਹ ਸ਼ਾਇਦ ਕਿਤੇ ਨਾ ਕਿਤੇ ਭੁੱਲ ਗਿਆ ਕਿ ਅਸੀਂ ਪੰਜਾਬ ਤੋਂ, ਉਹ ਧਰਤੀ ਤੋਂ ਆਏ ਹਾਂ ਜਿੱਥੇ ਸ਼ਹੀਦਾਂ ਦੀ ਧਰਤੀ ਮੰਨੀ ਜਾਂਦੀ ਆ, ਅਤੇ ਅਸੀਂ ਸ਼ਹੀਦੀਆਂ ਦੇਣ ਲਈ ਵੀ ਤਿਆਰ ਹਾਂ। ਇਹੀ ਸੋਚ ਕੇ ਆਏ ਸੀਗੇ ਕਿ ਕਿਤੇ ਨਾ ਕਿਤੇ ਸਾਨੂੰ ਆਪਣੇ ਸਾਡੇ ਬਜ਼ੁਰਗਾਂ ਨੂੰ ਅੱਗੇ ਉਹ ਟਾਈਮ ਜੇ ਆਇਆ ਤਾਂ ਅਸੀਂ ਆਪਣੇ ਬਜ਼ੁਰਗਾਂ ਤੋਂ ਅੱਗੇ ਹੋ ਕੇ ਸ਼ਹੀਦੀਆਂ ਦੇਈਏ। ਤਾਂ ਅਸੀਂ ਇਹ ਸੋਚ ਕੇ। ਤੁਸੀਂ ਵੀ ਸ਼ਹੀਦੀ ਪਾਉਣ ਲਈ ਬੈਠੇ ਹੋ? ਹਾਂਜੀ, ਅਸੀਂ ਬਿਲੋਂਗ ਕਰਦੇ ਹਾਂ ਮੋਰਿੰਡਾ ਤੋਂ। ਸ਼ਹਿਰ ਦੇ ਵਿੱਚ ਰਹਿਣ ਵਾਲੇ ਹੋ? ਹਾਂਜੀ ਹਾਂਜੀ। ਜ਼ਮੀਨ ਦੇ ਨਾਲ ਤਾਂ ਕੋਈ ਵਾਹ ਨਹੀਂ ਹੋਊ? ਨਹੀਂ, ਜ਼ਮੀਨ ਨਾਲ ਕੋਈ ਮਤਲਬ ਕਿਸਾਨੀ, ਹਾਂਜੀ ਜ਼ਮੀਰ ਜ਼ਿੰਦਾ ਹੈਗੀ ਆ, ਜ਼ਮੀਨ ਨਹੀਂ ਹੈਗੀ ਬਸ। ਹਾਂਜੀ, ਲੱਗਦਾ ਕਿ ਜੇ ਕਾਰਪੋਰੇਟ ਘਰਾਣੇ ਦੇ ਅੰਦਰ ਖੇਤੀ ਹੋ ਗਈ, ਕੰਟਰੈਕਟ ਬੇਸ ਤੇ ਖੇਤੀ ਹੋਏਗੀ ਤੇ ਸ਼ਹਿਰੀ ਵਰਗ ਤੇ ਜ਼ਿਆਦਾ ਅਸਰ ਪਏਗਾ? ਮੈਂ ਕਹਿੰਦਾ ਕਿ ਕਿਸਾਨ ਇਹ ਅੰਦੋਲਨ ਸਿਰਫ ਕਿਸਾਨ ਦਾ ਅੰਦੋਲਨ ਨਹੀਂ ਹੈਗਾ, ਇੱਕ ਆਮ ਇਨਸਾਨ ਨੂੰ ਵੀ ਉਨੀਓ ਸੱਟ ਵੱਜਣੀ ਆ ਜਿੰਨੀ ਕਿ ਕਿਸਾਨ ਨੂੰ ਵੱਜਣੀ ਹੈਗੀ ਆ, ਕਿ ਇੱਕ ਆਮ ਇਨਸਾਨ ਵੀ ਉਨਾ ਹੀ ਸਫ਼ਰ ਕਰੂਗਾ ਜਿੰਨਾ ਇੱਕ ਕਿਸਾਨ ਸਫ਼ਰ ਕਰੂਗਾ। ਕਿੰਨਾ ਸਮਾਂ ਤੁਸੀਂ ਇੱਥੇ ਆਪਣਾ ਜਿਹੜਾ ਸੇਵਾ ਵਾਸਤੇ ਲਾਉਂਦੇ? ਐਕਚੁਅਲੀ ਸਟਾਰਟਿੰਗ 'ਚ ਜਦੋਂ ਮੈਂ ਆਈ ਸੀ ਅਤੇ ਮੈਂ ਲੰਗਰ ਦੀ ਸੇਵਾ ਸ਼ੁਰੂ ਕੀਤੀ ਸੀਗੀ, ਅਤੇ ਥੋੜ੍ਹਾ ਡਿਸਕ ਪ੍ਰੋਬਲਮ ਹੋਣ ਕਰਕੇ ਫਿਰ ਮੈਂ ਇੱਥੇ ਸਟੇਜ 'ਤੇ ਆਈ। ਇੱਥੇ ਡਿਊਟੀ ਕੁਛ ਮਤਲਬ ਪੁੱਛਿਆ, ਬੜਾ ਮਤਲਬ ਇੱਥੇ ਵੀ ਥੋੜ੍ਹੀ ਘਬਰਾਹਟ ਸੀ ਕਿ ਪਤਾ ਨਹੀਂ ਸਟੇਜ 'ਤੇ ਸੇਵਾ ਕਿਤੇ, ਕਿਉਂਕਿ ਇਕੱਲੀ ਕੁੜੀ ਕਰਕੇ ਫਿਰ ਵੀ ਕਿਤੇ ਨਾ ਕਿਤੇ ਮਾਇੰਡ 'ਚ ਆਉਂਦਾ ਸੀਗਾ। ਪਰ ਸੋਚ ਕੇ ਇਹ ਆਈ ਸੀ ਕਿ ਨਹੀਂ, ਇੱਕ ਮੁੰਡਿਆਂ ਵਾਂਗੂ ਜਾ ਰਹੀ ਹਾਂ ਅਤੇ ਮੁੰਡਿਆਂ ਵਾਂਗ ਹੀ ਰਹਿਣਾ ਉੱਥੇ। ਪਰ ਫਿਰ ਵੀ ਉਹ ਵਾਹਿਗੁਰੂ ਨੇ ਸੁਣੀ, ਤਾਂ ਇੱਥੇ ਇੱਕ ਥੋੜ੍ਹੀ ਬਹੁਤ ਸੇਵਾ ਜੋ ਮੈਨੂੰ ਕਰਨ ਦਾ ਮੌਕਾ ਮਿਲਿਆ ਅਤੇ ਉਹ ਮੈਂ ਇੱਥੇ ਕਰਦੀ ਪਈ ਹਾਂ। ਤਾਂ ਇਸ ਤੋਂ ਪਹਿਲਾਂ ਨਵਾਂ ਸ਼ਹਿਰ ਵਾਲਿਆਂ ਦੇ ਲੰਗਰ 'ਚ ਸੇਵਾ ਕੀਤੀ ਹੈ ਮੈਂ। ਤਾਂ ਹਾਂਜੀ, ਤੁਸੀਂ ਸੰਯੁਕਤ ਕਿਸਾਨ ਮੋਰਚੇ ਦੇ ਵਲੰਟੀਅਰ ਹੈਗੇ ਹੋ, ਤਾਂ ਇਹਨਾਂ ਵੱਲੋਂ ਕੋਈ ਫੈਸਿਲਿਟੀਆਂ ਵੀ ਤੁਹਾਨੂੰ ਦਿੱਤੀਆਂ ਜਾ ਰਹੀਆਂ? ਫਿਰ ਕੋਈ ਰਹਿਣ ਦੀ, ਖਾਣ ਪੀਣ ਦੀ? ਸਾਰਾ ਕੁਝ ਇੱਥੇ ਮਤਲਬ ਅਵੇਲੇਬਲ ਹੈਗਾ, ਕੋਈ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆ। ਮੈਨੂੰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈਗੀ। ਘਰ ਜਾਣ ਨੂੰ ਜੀ ਨਹੀਂ ਕਰਦਾ? ਆਪਾਂ ਕਹਿੰਦੇ ਆਪਾਂ ਸ਼ਹੀਦ ਭਗਤ ਸਿੰਘ ਦੀ ਸੋਚ 'ਤੇ ਜੇ ਚੱਲਦੇ ਹਾਂ ਤਾਂ ਸ਼ਾਇਦ ਕਿਤੇ ਨਾ ਕਿਤੇ ਮੌਤ ਤਿਆਗਣਾ ਪੈਂਦਾ। ਜੇ ਆਪਾਂ ਕਿਸੇ ਸੰਘਰਸ਼ ਨੂੰ ਜਿੱਤਣਾ ਹੈ ਤਾਂ ਆਪਾਂ ਨੂੰ
ਬਹੁਤ ਬਹੁਤ ਮਤਲਬ ਆਪਣੇ ਇਮੋਸ਼ਨਸ ਨੂੰ ਕਿਤੇ ਨਾ ਕਿਤੇ ਮਾਰਨਾ ਪੈਂਦਾ, ਬਟ ਹਾਂ ਦਿਲ ਕਰਦਾ ਜਦੋਂ ਮੰਮਾ ਦੀ ਕੋਈ ਗੱਲ ਕਰਦੇ ਆ ਜਾਂ ਘਰ ਦੀ ਕੋਈ ਗੱਲ ਕਰਨ ਲੱਗ ਜਾਏ ਤਾਂ ਕਿਤੇ ਨਾ ਕਿਤੇ ਇਮੋਸ਼ਨਲ ਵੀ ਹੋ ਜਾਂਦੇ ਆ। ਬਟ ਫਿਰ ਆਪਣੇ ਆਪ ਨੂੰ ਇਹਨਾਂ ਬਜ਼ੁਰਗਾਂ ਕਨੀ ਵੇਖ ਕੇ ਮਨ ਡੋਲਦਾ ਨਹੀਂ ਹੈਗਾ। ਇਹ ਨਹੀਂ ਕਹਿੰਦਾ ਕਿ ਚੱਲ ਸੁਖਮਨੀ ਵਾਪਸ, ਜਾਂ ਮੈਨੂੰ ਕੋਈ ਟੋਕ ਵੀ ਦਿੰਦੇ ਆ ਕਿ ਸੁਖਮਨ ਵੀਕ ਆ ਜਾਂ ਪਹਿਲਾਂ ਨਾਲੋਂ ਕਾਫੀ ਫਰਕ ਪਿਆ, ਮਤਲਬ ਪਰ ਨਹੀਂ, ਉਹ ਜਜ਼ਬਾ ਜਾਂ ਉਹ ਨਾ ਅਸੀਂ ਅੱਕੇ ਨਾ ਥੱਕੇ, ਨਾ ਅਸੀਂ ਅੱਕਣਾ ਨਾ ਅਸੀਂ ਥੱਕਣਾ, ਤਾਂ ਅਸੀਂ ਜਿੱਤ ਕੇ ਹੀ ਜਾਣਾ। ਮਤਲਬ ਇਹ ਪੱਕੀ ਸੋਚ ਬਣਾਈ ਹੋਈ ਆ। ਮਤਲਬ ਪ੍ਰੋਫੈਸ਼ਨਲੀ ਤੌਰ ਤੇ ਤੁਸੀਂ ਕੀ ਕੰਮ ਕਰਦੇ? ਮੈਂ ਅਕਾਊਂਟਸ ਡਿਪਾਰਟਮੈਂਟ 'ਚ ਸੀਗੀ, ਜੋਬ ਕਰਦੇ ਸੀ। ਹਾਂਜੀ, ਜੋਬ ਛੱਡ ਕੇ ਇੱਥੇ ਆਏ ਹੋ? ਹਾਂਜੀ, ਜੋਬ ਐਕਚੁਅਲੀ ਕਰੋਨਾ ਟਾਈਮ 'ਚ ਜੋਬ ਦਾ ਹੋ ਗਿਆ ਸੀ। ਮੋਦੀ ਜੀ ਨੇ ਮਤਲਬ ਦਿੱਤਾ ਵੀ ਕੀ ਆ, ਕਹਿੰਦੇ ਇੱਕ +2 ਪਾਸ ਬੱਚਾ ਵੀ ਉਹੀ ਕਮਾ ਰਿਹਾ ਅਤੇ ਇੱਕ ਪੜ੍ਹਿਆ ਲਿਖਿਆ ਇੱਕ MBA ਸਟੂਡੈਂਟ ਵੀ ਉਹੀ ਚੀਜ਼ ਆ। ਤਾਂ ਨੌਕਰੀਆਂ ਹੈ ਕਿੱਥੇ ਆ ਜਿਹੜੀਆਂ ਅਸੀਂ ਕਰਨੀਆਂ ਹੈਗੀਆਂ ਨੇ। ਨੌਕਰੀਆਂ ਦੀ ਗੱਲ ਕੀਤੀ ਆ ਤਾਂ ਅਸੀਂ ਦੇਖ ਰਹੇ ਹਾਂ ਕਿ ਪਟਿਆਲਾ ਹੋ ਗਿਆ ਚਾਹੇ ਚੰਡੀਗੜ੍ਹ ਹੋ ਗਿਆ, ਉੱਥੇ ਵੀ ਬੇਰੁਜ਼ਗਾਰ ਜਿਹੜੇ ਅਧਿਆਪਕ ਹੈਗੇ ਉਹਨਾਂ ਨੇ ਵੀ ਆਪਣਾ ਇੱਕ ਧਰਨਾ ਲਾਇਆ ਸੀ। ਮੋਤੀ ਬਾਗ ਦਾ ਜਿਹੜਾ ਪੈਲਸ ਹੈਗਾ ਉਹਨੂੰ ਵੀ ਘੇਰਨ ਜਾ ਰਹੇ ਸੀਗੇ, ਤਾਂ ਉਹਨਾਂ ਤੇ ਲਾਠੀ ਚਾਰਜ ਕੀਤਾ ਇੱਥੋਂ ਤੱਕ ਕਿ ਮਹਿਲਾਵਾਂ ਨੂੰ ਵੀ ਨਹੀਂ ਬਖਸ਼ਿਆ, ਉਹਨਾਂ ਤੇ ਵੀ ਲਾਠੀ ਚਾਰਜ ਹੋਇਆ। ਤਾਂ ਕੀ ਕਹੋਗੇ ਇਸ ਚੀਜ਼ ਬਾਰੇ? ਨਹੀਂ, ਇਹ ਬਹੁਤ ਮਤਲਬ ਨਿੰਦਾ ਕਰਨ ਵਾਲੀ ਗੱਲ ਹੈਗੀ ਹੈ ਕਿ ਸਰਕਾਰ ਨੂੰ ਕਿਸੇ ਦਾ ਵੀ ਦੁੱਖ ਦਰਦ ਨਹੀਂ ਦਿਖਦਾ ਪਿਆ। ਮਤਲਬ ਸਰਕਾਰ ਚਾਹੁੰਦੀ ਆ ਕਿ ਮਤਲਬ ਆਪਣੇ ਪੰਜਾਬ ਦੇ ਜਾਂ ਆਪਣੇ ਹਿੰਦੁਸਤਾਨ ਦੇ ਬੱਚੇ ਅਨਪੜ੍ਹ ਗਵਾਰ ਰਹਿਣ, ਜਾਂ ਉਹ ਆਪਣੀ ਆਵਾਜ਼ ਨਾ ਉਠਾ ਸਕਣ ਅੱਗੇ ਹੋ ਕੇ, ਜਾਂ ਆਪਣੇ ਹੱਕਾਂ ਲਈ ਬੋਲ ਨਾ ਸਕਣ ਅੱਗੇ ਹੋ ਕੇ। ਇਹ ਸਾਰੇ ਸਰਕਾਰ ਦੀਆਂ ਨੀਤੀਆਂ ਹੀ ਨੇ। ਮੈਂ ਹੁਣ ਇਹੀ ਚੀਜ਼ ਸੋਚ ਰਹੀ ਹਾਂ ਕਿ ਸਰਕਾਰ ਚਾਹੁੰਦੀ ਨਹੀਂ ਆ ਕਿ ਆਪਾਂ ਆਪਣੇ ਬੱਚਿਆਂ ਨੂੰ ਆਪਾਂ ਬਾਹਰ ਕਿਉਂ ਜਾਂਦੇ? ਆਪਾਂ ਬਾਹਰ ਤਾਂ ਜਾਂਦੇ ਹਾਂ ਕਿ ਸਾਡੀ ਮਿਹਨਤ ਦਾ ਮੁੱਲ ਮਿਲਦਾ। ਆਪਾਂ ਉੱਥੇ ਮਿਹਨਤ ਕਰਦੇ ਆ, ਜੇ ਆਪਾਂ 12 ਘੰਟੇ ਡਿਊਟੀ ਕਰਦੇ ਆ ਤਾਂ ਸਾਨੂੰ ਆਪਾਂ ਨੂੰ ਉਸ ਮਿਹਨਤ ਦਾ ਮਤਲਬ ਮੁੱਲ ਮਿਲਦਾ। ਇੱਥੇ ਆਪਾਂ ਦੇਖ ਲਓ, ਆਪਾਂ 12-12 ਘੰਟੇ ਡਿਊਟੀਆਂ ਕਰਕੇ ਵੀ 10-15 ਹਜ਼ਾਰ ਦੀ ਨੌਕਰੀਆਂ 'ਚ ਰੁਲਦੇ ਆ। ਗੌਰਮੈਂਟ ਸਰਵਿਸ ਲਗਾ ਲਓ, ਉਹ ਕਿਤੇ ਨਾ ਕਿਤੇ ਵੀ ਨਹੀਂ ਹੈਗੀ। ਮੈਨੂੰ ਨਹੀਂ ਲੱਗਦਾ ਕਿ ਹੁਣ ਉਹ ਚੀਜ਼ ਰਹੀ ਹੈ। ਹਾਂਜੀ, ਵੀ ਜਿਹੜੇ ਕਿ ਇੱਕ ਬੱਚੇ ਦਾ ਭਵਿੱਖ ਬਣਾਉਂਦੇ ਨੇ, ਉਹ ਅਧਿਆਪਕ ਵੀ ਇਸ ਪੂਰੇ ਦੇਸ਼ ਦੇ ਵਿੱਚ ਰੋਲ ਰਹੇ ਨੇ। ਤਾਂ ਕੀ ਕਹੋਗੇ ਕਿ ਸਰਕਾਰ ਕਿਹੋ ਜਿਹਾ ਰਵੱਈਆ ਜਿਹੜਾ ਉਹ ਪੂਰੇ ਦੇਸ਼ ਨਾਲ ਅਪਣਾ ਰਹੀ ਹੈ? ਬਹੁਤ ਗੰਦਾ ਰਵੱਈਆ, ਔਰ ਸਰਕਾਰ ਡਿੱਗ ਚੁੱਕੀ ਆ ਔਰ ਇਹ ਦੁਬਾਰਾ ਕਦੇ ਖੜੀ ਵੀ ਨਹੀਂ ਹੋ ਸਕਦੀ। ਸ਼ਾਇਦ ਇਹ ਅੰਦੋਲਨ ਜਦੋਂ ਚੱਲਿਆ ਸੀਗਾ ਉਸੇ ਟਾਈਮ ਸਰਕਾਰ ਝੁਕ ਜਾਂਦੀ ਆ ਕਿਤੇ ਨਾ ਕਿਤੇ, ਕਿਸਾਨੀ ਮੰਗਾਂ ਨੂੰ ਮੰਨ ਲੈਂਦੀ ਤਾਂ ਇੱਥੇ ਤੱਕ ਵੱਧ ਕੇ ਨਹੀਂ ਆਉਣਾ ਸੀ। ਔਰ ਉਹਨਾਂ ਨੂੰ ਹੁਣ ਇਹ ਲੱਗਦਾ ਕਿ ਸਰਦੀਆਂ 'ਚ ਉਹਨਾਂ ਨੇ ਦੇਖਿਆ ਕਿ ਸਰਦੀ ਨਹੀਂ ਕੱਟੀ ਜਾਣੀ ਤਾਂ ਇਹ ਭੱਜ ਜਾਣਗੇ, ਤਾਂ ਸਰਦੀ ਵੀ ਕੱਟੀ ਆ ਅਤੇ ਗਰਮੀ ਵੀ ਕੱਟਾਂਗੇ। ਤਾਂ ਇੱਥੋਂ ਬਹੁਤ ਜ਼ਿਆਦਾ ਪੈਣ ਵਾਲੀ ਆ, ਲੱਗਦਾ ਕੋਈ ਮੋਰਚੇ 'ਤੇ ਪ੍ਰਭਾਵ ਪਏਗਾ? ਨਹੀਂ, ਐਵੇਂ ਤਾਂ ਕੁਛ ਵੀ ਨਹੀਂ। ਫਤਿਹ 'ਚ ਆ, ਚੜ੍ਹਦੀ ਕਲਾ 'ਚ ਆ ਮੋਰਚਾ, ਤੇ ਚੜ੍ਹਦੀ ਕਲਾ 'ਚ ਹੀ ਰਹਿਣਾ। ਗਰਮੀ ਤੋਂ ਨਹੀਂ ਡਰਦੇ ਹੈਗੇ, ਆਪਣਾ ਪੰਜਾਬੀ ਹੁੰਦੇ ਆ। ਫਿਰ ਮੈਂ ਉਹੀ ਕਹਿੰਦੀ ਹਾਂ ਕਿ ਆਪਾਂ ਐਵੇਂ ਦੀ ਕੌਮ ਆ ਜਿਹੜੀ ਕਿਸੇ ਵੀ ਚੀਜ਼ ਤੋਂ, ਕਿਸੇ ਵੀ ਗੱਲ ਤੋਂ, ਮਤਲਬ ਕੋਈ ਵੀ ਕਿਵੇਂ ਦੀ ਕੰਡੀਸ਼ਨਸ ਆ ਜਾਣ, ਆਪਾਂ ਘਬਰਾਉਂਦੇ ਨਹੀਂ ਹੈਗੇ, ਉਸ ਚੀਜ਼ ਨੂੰ ਫੇਸ ਕਰਦੇ ਹਾਂ ਦਲੇਰੀ ਨਾਲ। ਬਹੁਤ ਬਹੁਤ ਧੰਨਵਾਦ ਜੀ। ਜਾਂਦੇ ਜਾਂਦੇ ਕੋਈ ਮੈਸੇਜ ਦੇਣਾ ਚਾਹੋਗੇ? ਬਸ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜੋ ਯੂਥ ਹੈਗਾ ਆਪਣਾ ਇੱਥੇ, ਜੋ ਬਜ਼ੁਰਗਾਂ ਦੇ ਨਾਲ ਹੈਗਾ, ਬਟ ਜਿਹੜੇ ਅੱਜ ਵੀ ਘਰ ਬੈਠੇ ਆ, ਜੋ ਅੱਜ ਵੀ ਨਹੀਂ ਆਏ ਹੈਗੇ ਆਪਣੇ ਘਰੋਂ, ਤਾਂ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਉੱਥੇ ਆਉਣ। ਅੱਜ ਆਪਣੇ ਬਜ਼ੁਰਗਾਂ ਨੂੰ ਆਪਣੀ ਜ਼ਿਆਦਾ ਲੋੜ ਆ। ਆਪਾਂ ਉਹਨਾਂ ਦੇ ਨਾਲ, ਆਪਣੇ ਬਜ਼ੁਰਗ ਸਾਰਾ ਦਿਨ ਪੰਡਾਲਾਂ 'ਚ ਬੈਠੇ ਆ, ਮੈਂ ਉਹਨਾਂ ਅੱਗੇ ਮੇਰਾ ਸਿਰ ਝੁਕਦਾ ਹੈ ਨਾ, ਕਿ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਆਪਣੇ ਬਜ਼ੁਰਗ 70-70 80-80 ਸਾਲ ਦੇ ਇੱਥੇ ਬੈਠ ਸਕਦੇ ਆ, ਤਾਂ ਅਸੀਂ ਤਾਂ ਕੁਛ ਵੀ ਨਹੀਂ ਹੈਗੇ ਉਹਨਾਂ ਸਾਹਮਣੇ। ਤਾਂ ਅਸੀਂ ਜਿੰਨਾ ਉਹਨਾਂ ਦਾ ਸਹਿਯੋਗ ਦੇਈਏ ਤਾਂ ਸਾਨੂੰ ਦੇਣਾ ਚਾਹੀਦਾ, ਅਤੇ ਉਹ ਇੱਥੇ ਆਉਣ ਅਤੇ ਇੱਥੇ ਆ ਕੇ ਜੋ ਵੀ ਸਹਿਯੋਗ ਦੇ ਸਕਦੇ ਹੋ ਆਪਣੇ ਵੱਲੋਂ, ਉਹ ਦੇਣ ਇੱਥੇ ਆ ਕੇ। ਸੋ ਦਰਸ਼ਕੋ, ਵਾਕਿਆ ਇਸ ਕਿਸਾਨੀ ਅੰਦੋਲਨ ਨੇ ਬੜੇ ਵੱਡੇ ਬਦਲਾਵ ਲੈ ਕੇ ਆਉਂਦੇ ਨੇ, ਕਿਉਂਕਿ ਕਿਤੇ ਨਾ ਕਿਤੇ ਔਰਤਾਂ ਨੂੰ ਜਾਂ ਭੈਣਾਂ ਨੂੰ ਕੀ ਤਾਂ ਘਰਾਂ ਦੇ ਵਿੱਚ ਕੈਦ ਕੀਤਾ ਜਾਂਦਾ ਸੀ, ਪਰ ਅੱਜ ਇਸ ਕਿਸਾਨੀ ਅੰਦੋਲਨ ਨੇ ਉਹ ਭੈਣਾਂ ਨੂੰ ਵੀ ਜਾਗਾ ਦਿੱਤਾ ਜਿਹੜੇ ਇਸ ਕਿਸਾਨੀ ਅੰਦੋਲਨ ਦੇ ਵਿੱਚ ਆਪ ਆ ਕੇ ਡਟੇ ਹੋਏ ਨੇ ਤਾਂ ਲੜ ਰਹੀਆਂ ਨੇ। ਸੋ ਤੁਸੀਂ ਦੇਖਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਵਲੰਟੀਅਰ ਦੀ ਸੇਵਾ ਵੀ ਇਹ ਭੈਣ ਕਰ ਰਹੀ ਹੈ, ਅਤੇ ਇਕੱਲੇ ਹੀ ਪਰਿਵਾਰ ਦੇ ਵਿੱਚੋਂ ਆ ਕੇ ਇਸ ਕਿਸਾਨੀ ਅੰਦੋਲਨ ਦੇ ਵਿੱਚ ਡਟੇ ਹੋਏ ਨੇ। ਸੋ ਬਣੇ ਰਹੋ ਪੰਜਾਬ ਨਿਊਜ਼ ਦੇ ਨਾਲ। ਧੰਨਵਾਦ।